ਗੌੜੀ ਬੈਰਾਗਣ ਤੇ ਪਦੇ। ਸੋ ਤੇ ਪਦਿਆਂ ਦੇ 3 ਸ਼ਬਦ ਆਉਣਗੇ ਕਿਉਂਕਿ ਥੱਲੇ ਇੱਕ ਛੋਟਾ ਜਿਹਾ ਤੀਆ ਲਾਇਆ ਹੋਇਆ। ਸੋ ਇੱਕ ਬੈਰਾਗੀ ਨੇ ਆ ਕੇ ਬੇਨਤੀ ਕੀਤੀ, ਇਹ ਬੈਰਾਗਣ ਜਾਤੀ ਦਾ ਸ਼ਬਦ ਹੈ। ਸੋ ਤੇ ਪਦੇ ਹੁੰਦਾ 3 ਪੌੜੀਆਂ ਵਾਲਾ, 3 ਪੌੜੀਆਂ ਵਾਲੇ 3 ਸ਼ਬਦ ਆਉਣਗੇ, 3 ਪੌੜੀਆਂ ਹੋਣਗੀਆਂ ਇਹਨਾਂ ਦੀਆਂ ਕਿ ਪਰਮੇਸ਼ਰ ਦੀ ਪ੍ਰਾਪਤੀ ਦਾ ਰਸਤਾ ਕਿਹੜਾ ਹੈ। ਕਬੀਰ ਜੀ ਨੇ ਕਿਹਾ ਉਹਦੀ ਪ੍ਰਾਪਤੀ ਦੇ 2 ਰਸਤੇ ਹੈ, ਇੱਕ ਹਠ ਯੋਗ, ਦੂਜਾ ਭਗਤੀ ਯੋਗ। ਤੂੰ ਕਿਹੜੇ ਰਸਤੇ ਜਾਣਾ ਚਾਹੁੰਦਾ? ਉਹਨੇ ਕਿਹਾ ਦੋਨੋਂ ਹੀ ਸੁਣਾ ਦਿਓ, ਜਿਹੜਾ ਚੰਗਾ ਲੱਗੂ ਚਲੇ ਜਾਵਾਂਗੇ, ਆਪ ਸ਼ਰਵਣ ਤਾਂ ਕਰਾਓ। ਸੋ ਕਬੀਰ ਜੀ ਪਹਿਲੇ ਹਠ ਯੋਗ ਦਾ ਰਸਤਾ ਦੱਸਦੇ ਆ, ਫਿਰ ਹਠ ਯੋਗ ਤੋਂ ਬਾਅਦ ਦੂਜਾ ਦੱਸਣਗੇ ਜਿਹੜਾ ਭਗਤੀ ਯੋਗ ਹੈ। ਹੁਣ ਹਠ ਯੋਗ ਸੁਣੋ ਕੀ ਹੁੰਦਾ। ਉਲਟਤ ਪਵਨ ਚੱਕਰ ਖਟ ਭੇਦੇ ਸੁਰਤ ਸੁਨ ਅਨਰਾਗੀ। ਕਹਿੰਦੇ ਇਸ ਪ੍ਰਕਾਰ ਜਿਹੜੀ ਸਾਡੀ ਇੱਕ ਅਪਾਨ ਵਾਯੂ ਹੁੰਦੀ ਹੈ, ਜਿਹੜੀ ਅਪਾਨ ਵਾਯੂ ਹੈ ਨੀਚੋਂ ਖਾਰਜ ਹੁੰਦੀ ਹੈ, ਅਪਾਨ ਵਾਯੂ ਨੂੰ ਉਲਟਾ ਕੇ ਦਸਮ ਦੁਆਰ ਦੀ ਤਰਫ ਲਿਜਾ ਕੇ 6 ਚੱਕਰ ਭੇਦੇ ਬਿਨ ਦੇਵੇ ਤਾਂ ਫਿਰ ਸੁਰਤ ਹੁੰਦਾ ਗਿਆਨ, ਜਾਂ ਕਹਿ ਲਓ ਬਿਰਤੀ ਸੁੰਨ ਹੁੰਦੀ, ਅਫੁਰ ਪਦ ਵਿੱਚ ਅਨੁਰਾਗੀ ਪ੍ਰੇਮ ਵਾਲੀ ਹੁੰਦੀ। ਇਹ 2 ਰਸਤੇ ਹੈ। ਇੱਕ ਤਾਂ ਜੋਗੀ ਲੋਕ ਕਰਦੇ ਨੇ ਹਠ ਯੋਗ ਦਾ ਰਸਤਾ, ਉਹ ਆਪਾਂ ਨੂੰ ਮਨਾ ਕੀਤਾ ਹੋਇਆ ਕਿਉਂਕਿ ਉਹ ਔਖਾ ਬੜਾ, ਕਈ ਕਰ ਵੀ ਲੈਂਦੇ ਆ। ਦੂਜਾ ਭਗਤੀ ਯੋਗ ਜਿਹੜਾ ਗੁਰਸਿੱਖਾਂ ਨੂੰ ਸਹਿਜ ਅਵਸਥਾ ਦਿੱਤੀ ਹੈ, ਹਠ ਯੋਗ ਤੇ ਸਹਿਜ ਯੋਗ। ਹੁਣ ਹਠ ਯੋਗ ਤੋਂ ਮਨਾ ਕੀਤਾ, ਕੋਈ ਸੰਸਾਰ 'ਚ ਇਹਨੂੰ ਕਰਦਾ। ਕਈ ਲੋਕ ਕਹਿੰਦੇ ਨੇ ਇਹ ਤਾਂ ਜੋਗੀਆਂ ਦੇ ਰਾਹ ਤਾਂ ਆਪਣਾ ਇੱਕੋ ਹੀ ਹੈ, ਇੱਕ ਹਠ ਨਾਲ ਪਹੁੰਚਣਾ ਹੈ, ਇੱਕ ਸਹਿਜ ਵਿੱਚ ਪਹੁੰਚਣਾ ਭਗਤੀ ਨਾਲ। ਪਹਿਲਾ ਮੂਲਾ ਧਾਰ ਜਿਹੜਾ ਚੱਕਰ ਹੈ ਗੁਦਾ ਵਿੱਚ ਹੈ, ਦੂਸਰਾ ਸਵੈਦਿਸ਼ਠਾਨ ਚੱਕਰ ਇਹ ਜੀਵ ਦੇ ਲਿੰਗ ਵਿੱਚ ਹੈ, ਤੀਸਰਾ ਮਣੀਪੂਰਕ ਚੱਕਰ ਨਾਭੀ ਵਿੱਚ ਹੈ, ਚੌਥਾ ਅਨਾਹਤ ਚੱਕਰ ਹਿਰਦੇ 'ਚ ਹੈ, ਪੰਜਵਾਂ ਵਿਸ਼ੁੱਧ ਚੱਕਰ ਕੰਨ ਵਿੱਚ ਹੈ ਤੇ ਆਗਿਆ ਚੱਕਰ ਭਰਵੱਟਿਆਂ ਦੇ ਵਿੱਚ ਹੈ। ਦੂਜਾ ਰਸਤਾ ਇਹ ਕਿ ਸੰਸਾਰ ਵੱਲ ਜਾਂਦੇ ਹੋਏ ਜਿਹੜੇ ਇੱਥੇ ਹੁਣ ਦੂਜਾ ਆ ਗਿਆ ਪਵਨ। ਪਵਨ ਕਿਹੜਾ? ਉਲਟਤ ਪਵਨ ਚੱਕਰ ਖਟ ਭੇਦੇ। ਪਹਿਲਾਂ ਤਾਂ ਅਸੀਂ ਅਪਾਨ ਵਾਯੂ ਨੂੰ ਰੋਕਣਾ, ਹੁਣ ਇੱਥੇ ਜਿਹੜੀ ਗੁਰਮਤਿ ਅਨੁਸਾਰ ਪਵਨ ਰੋਕਣੀ, ਉਹ ਕੀ ਪਵਨ ਹੁੰਦੇ ਸਵਾਸ। ਸਵਾਸਾਂ ਨੂੰ ਪਰਮੇਸ਼ਰ ਦੀ ਤਰਫ ਉਲਟਾ ਕੇ 6 ਚੱਕਰ ਜਿਹੜੇ ਆਪਣੇ ਕਿਹੜੇ ਆ? 5 ਚੱਕਰ ਤਾਂ ਇਹਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿਕ ਤੇ ਇੱਕ ਮਨ, ਇਹਨਾਂ ਨੂੰ ਵਿੰਨੇ ਆਪ ਕਾਬੂ ਕਰੇ ਤਾਂ ਸੁਰਤੀਆਂ ਕਰਕੇ ਪ੍ਰਤਪਾਦਕ ਜੋ ਸੁੰਨ ਅਫੁਰ ਪਰਮਾਤਮਾ ਹੈ ਉਸ ਵਿੱਚ ਬਿਰਤੀ ਅਨੁਰਾਗੀ ਹੁੰਦੀ, ਪ੍ਰੇਮ ਵਾਲੀ ਹੁੰਦੀ। ਫਿਰ ਆਵੈ ਨ ਜਾਏ ਮਰੈ ਨ ਜੀਵੈ ਤਾਸ ਖੋਜ ਬੈਰਾਗੀ। ਜੋ ਪਰਮੇਸ਼ਰ ਨਾ ਆਉਂਦਾ ਜਾਂਦਾ ਤੇ ਨਾ ਜੰਮਦਾ ਮਰਦਾ, ਇਹ ਬੈਰਾਗੀ ਤੂੰ ਤੇ ਇਸ ਪਰਮਾਤਮਾ ਨੂੰ ਖੋਜਣਾ ਕਰ। ਤਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਵਿਹੀਨ ਜੋ ਪਰਮਾਤਮਾ ਹੈ। ਮੇਰੇ ਮਨ ਹੀ ਉਲਟ ਸਮਾਨਾ। ਪਹਿਲੇ ਮੈਂ ਵੀ ਭਟਕਦਾ ਫਿਰਦਾ ਸੀ, ਹੁਣ ਮੇਰੇ ਮਨ ਨੇ ਮਨ ਹੀ ਤੋਂ ਭਾਵ ਮਨੌਤ ਵੱਲੋਂ ਉਲਟ ਕੇ ਪਰਮੇਸ਼ਰ ਵਿੱਚ ਹੀ ਸਮਾਉਣਾ ਕੀਤਾ। ਮਨ ਹੀ ਤੋਂ ਭਾਵ ਮਨੌਤ ਵੱਲੋਂ ਉਲਟ ਗਿਆ। ਪਹਿਲਾਂ ਨਾ ਮਨ ਸੀ ਨਾਸਤਕ, ਜਾਂ ਆਪਦੀ ਮਰਜ਼ੀ ਉਹ ਕਰਦਾ ਹੁੰਦਾ ਸੀ। ਹੁਣ ਗੁਰਮਤਿ ਅਨੁਸਾਰ ਸਿੱਧੇ ਰਾਹ ਚੱਲ ਪਿਆ। ਗੁਰ ਪ੍ਰਸਾਦ ਅਕਲ ਪਈ ਅਵਰੈ ਨਾ ਤਰ ਥਾ ਬੇਗਾਨਾ ਰਹਾਉ। ਹੁਣ ਗੁਰਾਂ ਦੀ ਕਿਰਪਾ ਕਰਕੇ ਮੇਰੀ ਹੋਰ ਹੀ ਤਰ੍ਹਾਂ ਦੀ ਅਕਲ ਹੋ ਗਈ। ਨਾਤਰ ਤੋਂ ਭਾਵ ਨਹੀਂ ਤਾਂ ਮੈਂ ਬੇਗਾਨਾ ਬੇਗਿਆਤ ਸੀ। ਬੇਗਾਨਾ, ਬੇ ਨਾਮ ਹੁੰਦਾ ਦਵੈਤ ਦਾ, ਗਾਨਾ ਹੁੰਦਾ ਗਾਉਣਾ। ਪਹਿਲਾਂ ਦਵੈਤ ਦੇ ਗੀਤ ਹੀ ਗਾਉਂਦਾ ਸੀ, ਈਰਖਾ ਦਵੈਸ਼ ਹੀ ਕਰਦਾ ਸੀ। ਬੇਗਾਨਾ ਦੂਜਿਆਂ ਦੇ ਭਾਵ ਜਮਾਂ ਦੇ ਹਵਾਲੇ ਹੋਣ ਵਾਲਾ ਹੀ ਯੋਗ ਬਣਿਆ ਹੋਇਆ ਸੀ। ਨਿਵਰੈ ਦੂਰ ਦੂਰ ਫੁਨ ਨਿਵਰੈ ਜਿਨ ਜੈਸਾ ਕਰ ਮੰਨਿਆ। ਜਿਨ੍ਹਾਂ ਨੇ ਗੁਰਾਂ ਦਾ ਸਰੂਪ ਬ੍ਰਹਮ ਜੈਸਾ ਕਰਕੇ ਮੰਨਿਆ ਉਹਨਾਂ ਦੇ ਨਿਵਰੈ। ਉਹਨਾਂ ਨਿਵਰਾ ਹੁੰਦਾ ਨੇੜੇ, ਨੇੜੇ ਜੋ ਕਾਮ ਕ੍ਰੋਧ ਆਦਿਕ ਦੂਰ ਸਨ ਉਹ ਦੂਰ ਹੋ ਗਏ। ਫਿਰ ਦੂਰ ਜੋ ਸਤ ਸੰਤੋਖ ਆਦਿ ਸ਼ੁਭ ਗੁਣ ਸਨ ਉਹ ਨਿਵਰਾ ਨੇੜੇ ਹੋ ਗਏ। ਇਹ ਧਿਆਨ ਨਾਲ ਦੇਖਣਾ, ਜਿਨ੍ਹਾਂ ਨੇ ਗੁਰਾਂ ਦਾ ਸਰੂਪ ਬ੍ਰਹਮ ਜੈਸਾ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਪਰਮੇਸ਼ਰ ਮੰਨ ਲਓ ਜੇ ਕਲਿਆਣ ਲੈਣੀ ਹੈ। ਜੇ ਕਹੋ ਵੀ ਗੁਰੂ ਗ੍ਰੰਥ ਸਾਹਿਬ ਹੋਰ ਹੈ, ਗੁਰੂ ਨਾਨਕ ਸਾਹਿਬ ਹੋਰ ਹੈ, ਪਰਮੇਸ਼ਰ ਹੋਰ ਹੈ, ਫਿਰ ਲੰਬਾ ਚੱਕਰ ਪੈ ਜਾਣਾ। ਬਿਲਕੁਲ ਸੌਖਾ ਰਸਤਾ, ਗੁਰੂ ਗ੍ਰੰਥ ਸਾਹਿਬ ਹੀ ਰੱਬ ਹੈ, ਇਹੀ ਪ੍ਰਮਾਤਮਾ ਜਾਣ ਕੇ ਇਸੇ ਤੇ ਸ਼ਰਧਾ ਭਾਵਕ, ਪ੍ਰੇਮ ਭਾਵਕ ਗੁਰੂ ਵੀ ਇਹੀ ਹੈ, ਪਰਮੇਸ਼ਰ ਵੀ ਉਹੀ ਰੂਪ ਧਾਰਿਆ ਉਹਨਾਂ ਨੇ। ਜਿਨ੍ਹਾਂ ਨੇ ਗੁਰਾਂ ਦਾ ਸਰੂਪ ਮਨੁੱਖ ਜੈਸਾ ਕਰਕੇ ਮੰਨਿਆ ਕਿ ਜੈਸੇ ਅਸੀਂ ਆ ਤੈਸੇ ਗੁਰੂ ਸਾਹਿਬ ਜੀ ਹਨ, ਉਹਨਾਂ ਨੂੰ ਐਸੇ ਉਲਟਾ ਫਲ ਹੋਇਆ ਕਿ ਉਹਨਾਂ ਦੇ ਨੇੜੇ ਰਹਿਣ ਵਾਲੇ ਜੋ ਸਤ ਸੰਤੋਖ ਆਦਿ ਸ਼ੁਭ ਗੁਣ ਸੀ ਉਹ ਦੂਰ ਹੋ ਗਏ, ਅਤੇ ਦੂਰ ਹੋਏ ਜੋ ਕਾਮ ਕ੍ਰੋਧ ਸੀ ਉਹਨੂੰ ਚਿੰਬੜ ਗਿਆ। ਕਿ ਕਹਿੰਦੇ ਉਹ ਤੂੰ ਗੁਰੂ ਨੂੰ ਮਨੁੱਖ ਰੂਪ ਕਰਕੇ ਮੰਨਦਾ। ਸੰਤ ਮਹਾਤਮਾ ਨੂੰ ਕਹੀ ਆਪਾਂ ਜੀ ਬ੍ਰਹਮ ਗਿਆਨੀ ਮਹਾਤਮਾ ਵੀ ਰੱਬ ਰੂਪ ਹੀ ਹੁੰਦੇ ਨੇ, ਕਿਉਂਕਿ ਉਹਨਾਂ ਦੇ ਅੰਦਰ ਵੀ ਹਉ ਨਿਕਲ ਚੁੱਕੀ ਹੁੰਦੀ ਹੈ। ਲੋਕ ਉਹਨਾਂ ਨੂੰ ਵੀ ਇਹ ਤੇ ਆਮ ਜਿਹਾ ਹੀ ਬੰਦਾ। ਫਿਰ ਗੁਰੂ ਸਾਹਿਬ ਨੂੰ ਕਈ ਮੰਨਦੇ ਵੀ ਇਹ ਤਾਂ ਦੇਖੋ ਜੀ ਉਹ ਤਾਂ ਆਮ ਹੀ ਸੀਗੇ, ਜਿਵੇਂ ਮਨੁੱਖ ਆਇਆ ਇਸ ਤਰ੍ਹਾਂ ਹੀ ਆਏ ਸੀ ਲੋਕੀ,
ਉਹ ਤੁਹਾਡਾ ਹਾਲ ਬਹੁਤ ਮਾੜਾ ਹੋਣਾ ਜਿਹੜੇ ਇੰਨੀਆਂ ਗੱਲਾਂ ਕਰਦੇ ਹੋ ਤੁਸੀਂ। ਜਿਹਾ ਸਤਿਗੁਰ ਕਰ ਜਾਣਿਆ ਤੇਹੋ ਜਿਹਾ ਸੁਖ ਹੋਏ, ਇਹੋ ਸਹਿਸਾ ਮੂਲੇ ਨਾਹੀ, ਭਾਉ ਲਾਏ ਜਨ ਕੋਏ। ਜਿਹਾ ਜਿਹਾ ਕੋਈ ਭਾਵ ਲਾਊਗਾ ਉਹੋ ਜਿਹੀ ਕਿਰਪਾ ਹੋਣੀ ਹੈ। ਕਈ ਕਹਿੰਦੇ ਗੁਰੂ ਗ੍ਰੰਥ ਸਾਹਿਬ ਕਾਗਜ਼ ਨੇ, ਤੁਹਾਡੀ ਹਾਲਤ ਇਹ ਜਿਹੀ ਹੋਣੀ ਤੁਹਾਨੂੰ ਕਾਗਜ਼ੀ ਬਣਾਉਣਾ ਰੱਬ ਨੇ ਤੇ ਚੂਹਿਆਂ ਨੇ ਕੁਤਰਨਾ ਤੁਹਾਨੂੰ। ਕਹਿੰਦੇ ਜਿਹਾ ਸਤਿਗੁਰ ਨੂੰ ਜਾਣੈ ਤੇਹੋ ਹੋਵੈ, ਜਾਂ ਸੱਚ ਨਾਮ ਲਿਵ ਲਾਗੈ। ਗੁਰੂ ਸਾਹਿਬ ਜੀ ਇਉਂ ਫਰਮਾਉਂਦੇ ਨੇ, ਦੂਜਾ ਨਹੀਂ ਜਾਣੈ ਕੋਏ, ਸਤਿਗੁਰ ਨਿਰੰਜਨ ਸੋਏ। ਮਾਨੁਖਾ ਕਾ ਰੂਪ ਨਾ ਜਾਣ, ਮਿਲੀ ਨਿਮਾਣੇ ਮਾਨ। ਗੁਰ ਨਾਨਕ ਦੇਵ ਗੋਬਿੰਦ ਰੂਪ। ਉਹ ਗੋਬਿੰਦ ਆਪ ਹੀ ਆਇਆ ਹੋਇਆ, ਭੁਲੇਖੇ 'ਚ ਨਾ ਰਹੋ। ਅਥਵਾ ਕਹਿਣ ਤੋਂ ਭਾਵ ਜਿਹਨੇ ਗੁਰਾਂ ਦਾ ਸਰੂਪ ਬ੍ਰਹਮ ਜੈਸਾ ਕਰਕੇ ਮੰਨਿਆ, ਉਹਦੇ ਨੇੜੇ ਜੋ ਅਨਾਤਮ ਵਿਚਾਰ ਸੀ ਉਹ ਦੂਰ ਹੋ ਗਿਆ। ਅਨ ਆਤਮ ਵਿਚਾਰ ਭਾਵ ਅਨਾਤਮ ਹੁੰਦਾ ਪੁੱਠੀਆਂ, ਅਤੇ ਦੂਰ ਜੋ ਆਤਮ ਵਿਚਾਰ ਸੀ ਉਹ ਆਤਮਕ ਗਿਆਨ ਨੇੜੇ ਹੋ ਗਿਆ ਉਹਦੇ। ਉਸ ਆਤਮ ਆਨੰਦ ਵਾਲੇ ਨੂੰ ਐਸਾ ਕਹਿ ਆਨੰਦ ਪ੍ਰਾਪਤ ਹੋਇਆ ਜੋ ਕਥਨ ਨਹੀਂ ਕੀਤਾ ਜਾ ਸਕਦਾ। ਕਹਿੰਦੇ ਜੀ ਕਿਵੇਂ, ਉਹਦਾ ਪ੍ਰਮਾਣ ਕੀ ਹੈ? ਅਲੌਤੀ ਕਾ ਜੈਸੇ ਭਇਆ ਬਰੇਡਾ, ਜਿਨ ਪੀਆ ਤਿਨ ਜਾਣਿਆ। ਜੈਸੇ ਅਲੌਤੀ ਹੁੰਦਾ ਗਲੋ ਦਾ ਬਰੇਡਾ ਰਸ ਹੁੰਦਾ, ਸਤ ਤਿਆਰ ਹੁੰਦਾ। ਉਸ ਰਸ ਨੂੰ ਜਿਹਨੇ ਪੀਤਾ ਉਹਦੇ ਆਨੰਦ ਨੂੰ ਜਾਣਿਆ। ਗਲੋ ਤਾਂ ਕੌੜੀ ਹੁੰਦੀ ਹੈ, ਉਹਦਾ ਆਨੰਦ ਕੀ ਆਉਣਾ? ਕਹਿੰਦੇ ਗਲੋ ਕੌੜੀ ਤਾਂ ਠੀਕ ਹੁੰਦੀ ਹੈ, ਪਰ ਉਸ ਵਿੱਚ ਜਿਹੜਾ ਗੁਣ ਹੈ ਨਾ ਰੋਗ ਦੀ ਨਿਵਰਤੀ ਦਾ, ਉਸ ਗੁਣ ਨੂੰ ਉਹੀ ਜਾਣਦਾ ਜਿਹੜਾ ਉਹ ਗਲੋ ਦੇ ਸੱਤ ਨੂੰ ਪੀਂਦਾ, ਰਸ ਨੂੰ ਪੀਂਦਾ ਨਾ। ਗਲੋ ਹਰੀ ਵੀ ਪਾਣੀ 'ਚ ਉਬਾਲ ਕੇ ਠੰਡੀ ਕਰਕੇ ਪੀਤੀ ਜਾ ਸਕਦੀ, ਮਾੜੀ ਮਿਸ਼ਰੀ ਪਾ ਕੇ। ਜਿਨ੍ਹਾਂ ਨੂੰ ਬੁਖਾਰ ਉਤਰਦਾ ਹੀ ਨਹੀਂ, ਬੁਖਾਰ ਹੱਡਾਂ 'ਚ ਹੀ ਵੜ ਜਾਂਦਾ ਜਿਨ੍ਹਾਂ ਦੇ, ਜਾਂ ਜਿਨ੍ਹਾਂ ਦੇ ਜਲਨ ਜੀ ਹੁੰਦੀ ਸਰੀਰ, ਗਲੋ ਠੰਡੀ ਬਹੁਤ ਹੁੰਦੀ ਹੈ। ਇਹ ਬੁਖਾਰ ਪੁਰਾਣੇ ਤੋਂ ਪੁਰਾਣਾ ਤੋੜ ਦਿੰਦੀ ਹੈ। ਸੋ ਇਸ ਕਰਕੇ ਜਿਵੇਂ ਜਿਹੜੇ ਵੈਦਿਕ ਲੋਕ ਨੇ ਉਹ ਗਲੋ ਸੱਤ ਅਤੇ ਗੁਦੰਤੀ ਹੜਤਾਲ ਤੇ 12 ਸਿੰਘਾਂ ਆਦਿਕ ਮਿਲਾ ਕੇ ਤਿੰਨ ਚੀਜ਼ਾਂ ਜੋ ਦਿੰਦੇ, ਪੁਰਾਣੇ ਤੋਂ ਪੁਰਾਣਾ ਜਿਹੜਾ ਹੱਡਾਂ 'ਚ ਵੜਿਆ ਬੁਖਾਰ ਹੁੰਦਾ। ਕਈ ਬੁਖਾਰ ਇਹ ਜਿਹੇ ਥਰਮਾਮੀਟਰ 'ਚ ਹੀ ਨਹੀਂ ਆਉਂਦੇ, ਉਲਟਾ 100 ਜਿਹੜਾ ਬੁਖਾਰ ਹੈ ਆ 98 ਦੀ ਹੈਗਾ 96 95 ਦੱਸੀ ਜਾਂਦਾ, ਉਹ ਵੀ ਬੁਖਾਰ ਹੀ ਹੁੰਦਾ। ਹੱਡਾਂ ਦੇ ਵਿੱਚ ਬੁਖਾਰ ਵੜ ਜਾਂਦਾ, ਇਸ ਕਰਕੇ ਉੱਥੇ ਗਲੋ ਕੰਮ ਕਰਦੀ। ਅਥਵਾ ਕਹਿੰਦੇ ਜੈਸੇ ਅਲੌਤੀ ਹੁੰਦਾ, ਮਹੂਏ ਦੇ ਫੁੱਲਾਂ ਦੀ ਸ਼ਰਾਬ ਦਾ ਬਰੇਡਾ ਪਿਆਲਾ ਭਰਿਆ ਹੋਵੇ, ਉਹ ਸ਼ਰਾਬ ਜਿਹਨੇ ਪੀਤੀ ਕਹਿੰਦੇ ਉਹਨੂੰ ਮਸਤੀ ਦਾ ਉਹਨੂੰ ਪਤਾ, ਪਰੇ ਉਹ ਦੂਜਿਆਂ ਵਾਸਤੇ ਉਹ ਇੱਕ ਪ੍ਰਮਾਣ ਦਿੱਤਾ, ਉਹ ਨਹੀਂ ਹੈ। ਜੈਸੇ ਕਿਵੇਂ ਮੁਲਤਾਨੀ ਅਲੌਤੀ ਹੁੰਦੀ ਮਿਸ਼ਰੀ, ਮੁਲਤਾਨੀ ਅਲੌਤੀ ਉੱਥੇ ਮਿਸ਼ਰੀ ਨੂੰ ਕਹਿੰਦੇ ਨੇ। ਮੁਲਤਾਨ ਵਿੱਚ ਮਿਸ਼ਰੀ ਦਾ ਬਰੇਡਾ ਜਿਹੜਾ ਸ਼ਰਬਤ ਤਿਆਰ ਹੁੰਦਾ, ਸਾਉਣ ਦੇ ਦਿਨਾਂ 'ਚ ਨਿੱਕੀਆਂ ਨਿੱਕੀਆਂ ਬੂੰਦਾਂ ਪੈਣ ਕਰਕੇ ਕਿ 1.25 ਗਜ ਮਲਮਲ ਦੇ ਚਾਰੇ ਕੋਨੇ ਬੰਨ੍ਹ ਕੇ ਵਿੱਚ ਮਿਸ਼ਰੀ ਰੱਖੀ ਜਾਵੇ, ਹੇਠਾਂ ਮਿੱਟੀ ਦਾ ਕੋਰਾ ਭਾਂਡਾ ਪਿਆ ਹੋਵੇ, ਉਹਦੇ ਵਿੱਚ ਜੋ ਸ਼ਰਬਤ ਦੀਆਂ ਬੂੰਦਾਂ ਇੱਕ ਇੱਕ ਕਰਕੇ ਡਿੱਗਦੀ ਆ, ਇਕੱਠੀਆਂ ਹੁੰਦੀਆਂ। ਉਹ ਸ਼ਰਬਤ ਨੂੰ ਜਿਹਨੇ ਪੀਤਾ ਹੈ ਉਹਦੇ ਮਿਠਾਸ ਨੂੰ ਤੇ ਉਹਦੇ ਠੰਡਕ ਨੂੰ, ਆਨੰਦ ਨੂੰ ਉਹਨੇ ਜਾਣਿਆ। ਆ ਕਈਆਂ ਨੂੰ ਜਲਨ ਜੀ ਹੁੰਦੀ ਪੈਰਾਂ ਦੇ ਵਿੱਚ, ਸ਼ੂਗਰ ਤੋਂ ਰਹਿਤ ਬੰਦਿਆਂ ਨੂੰ, ਸ਼ੂਗਰ ਵਾਲੇ ਨਹੀਂ, ਸ਼ੂਗਰ ਵਾਲੇ ਲਈ ਨਹੀਂ ਇਹ। ਜਾਂ ਕਈ ਕਹਿੰਦੇ ਮੇਰੇ ਅੰਦਰ ਗਰਮੀ ਬਹੁਤ ਪੈਦਾ ਹੋ ਗਈ ਆ, ਬੜੀ ਗਰਮੀ ਅੰਦਰ ਸਰੀਰ 'ਚੋਂ ਕਿਵੇਂ ਕੱਢੀਏ? ਮਿਸ਼ਰੀ ਕੁੱਟ ਕੇ ਰਾਤ ਨੂੰ ਗਲਾਸ 'ਚ ਭਿਉਂ ਦਿਓ, ਸਵੇਰੇ ਉੱਠ ਕੇ ਉਹ ਪਾਣੀ ਪੀ ਲਓ। 1 ਹਫ਼ਤਾ ਪੀਂਦੇ ਰਹੋ ਲਗਾਤਾਰ, ਜਿੰਨੀ ਗਰਮੀ ਹੈ ਸਰੀਰ ਦੀ ਸਾਰੀ ਬਾਹਰ ਨਿਕਲ ਜਾਂਦੀ। ਸਭ ਤੋਂ ਵੱਧ ਠੰਡਾ ਪੱਤਾ ਟਾਹਲੀ ਦਾ ਹੁੰਦਾ। ਕੋਰੇ ਕੁੱਜੇ 'ਚ ਰਾਤ ਨੂੰ ਟਾਹਲੀ ਦੇ ਥੋੜੇ ਜਿਹੇ 15-20 ਪੱਤੇ ਭਿਉਂ ਦਿਓ, ਸਵੇਰੇ ਉੱਠ ਕੇ ਮੂੰਹ ਲਾ ਕੇ ਕੁੱਜੇ ਨੂੰ ਉਹ ਪਾਣੀ ਪੀ ਲਓ, ਨਿਤਾਰ ਕੇ। ਪੱਤਾ ਨਹੀਂ ਖਾਣਾ, ਪੱਤੇ ਸੁੱਟ ਦਿਓ, ਫਿਰ ਅਗਲੇ ਦਿਨ ਹੋਰ ਪੱਤੇ ਪਾ ਦਿਓ। 1 ਹਫ਼ਤਾ ਜਿਹਨੇ ਪੀ ਲਿਆ ਜਾਂ 3 ਦਿਨ ਵੀ ਪੀ ਲਿਆ, ਉਹਦੇ ਸਰੀਰ ਦੀ ਸਾਰੀ ਗਰਮੀ ਬਾਹਰ ਨਿਕਲ ਜਾਂਦੀ ਹੈ। ਇਸ ਕਰਕੇ ਕਹਿੰਦੇ ਜਿਹਨੇ ਭਈ ਪੀਤਾ ਉਹਨੂੰ ਹੀ ਪਤਾ ਹੈ। ਤੇਰੀ ਨਿਰਗੁਣ ਕਥਾ ਕਾਇ ਸਿਉ ਕਹੀਐ, ਐਸਾ ਕੋਇ ਵਿਵੇਕੀ। ਇਸ ਨਿਰਗੁਣ ਬ੍ਰਹਮ ਦੀ ਕਥਾ ਜਿਸ ਦੇ ਸਾਥ ਕਥਨ ਕਰੀਏ, ਕਿਉਂਕਿ ਇਹੋ ਜਿਹਾ ਕੋਈ ਵਿਵੇਕੀ ਦੁਰਲੱਭ ਬੰਦਾ ਹੀ ਹੈ। ਕਿਹਦੇ ਨਾਲ ਕਥਨ ਕਰੀਏ ਨਿਰਗੁਣ ਕਥਾ? ਸਾਰੇ ਲੋਕ ਤਾਂ ਖਾਣ ਪੀਣ ਪਹਿਰਨ ਵਿੱਚ ਮਸਤ ਨੇ, ਲੋਕੀ ਤਾਂ ਵਿਕਾਰਾਂ ਦੀਆਂ ਗੱਲਾਂ ਸੁਣ ਕੇ ਜ਼ਿਆਦਾ ਖੁਸ਼ ਹੁੰਦੇ ਨੇ, ਲੋਕੀ ਤਾਂ ਸਾਰਾ ਦਿਨ ਪੁੱਠੀਆਂ ਗੱਲਾਂ ਸੁਣ ਕੇ ਖੁਸ਼ ਹੁੰਦੇ ਨੇ। ਕਹੋ ਕਬੀਰ ਜਿਨ ਦੀਆ ਪਲੀਤਾ, ਤਿਨ ਤੈਸੀ ਚੱਲ ਦੇਖੀ। ਕਬੀਰ ਜੀ ਕਥਨ ਕਰਦੇ ਨੇ, ਜਿਸ ਪੁਰਸ਼ ਨੇ ਜਿਹਾ ਜਿਹਾ ਪ੍ਰੇਮ ਰੂਪੀ ਪਲੀਤਾ ਦਿੱਤਾ, ਉਹਨੇ ਉਹੀ ਜੀ ਚੱਲ ਹੁੰਦੀ ਪ੍ਰਕਾਸ਼ਤਾ ਦੇਖੀ। ਪ੍ਰੇਮ ਪਲੀਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ। ਗੌੜੀ ਰਾਗ ਚ ਉਚਾਰਨ ਕਰਦੇ ਨੇ। ਪਿੱਛੇ ਦੱਸ ਆਏ ਕਿ 3 ਸ਼ਬਦ ਆਉਣਗੇ ਤਿਪਦਿਆਂ ਵਾਲੇ, ਸੋ ਇਹ ਦੂਸਰਾ ਸ਼ਬਦ ਹੈ ਤਿਪਦਿਆਂ ਚੋਂ। ਜਿਸ ਵੇਲੇ ਕਬੀਰ ਜੀ ਦੇ ਗੁਰੂ ਰਾਮਾਨੰਦ ਜੀ ਸੰਸਾਰ ਤੋਂ ਚਲਾਣਾ ਕਰਕੇ ਸਿੱਖਾਂ ਨੇ ਬੇਨਤੀ ਕੀਤੀ, ਉਹਨਾਂ ਦੇ ਚੇਲਿਆਂ ਨੇ, ਕਿ ਆਪ ਜੀ ਨੇ ਗੁਰੂ ਜਿਹੜੇ ਸੀ, ਆਪ ਜੀ ਦੇ ਗੁਰੂ 5 ਭੂਤਕ ਦੇਹ ਨੂੰ ਤਿਆਗ ਕੇ ਕਿਸ ਜਗ੍ਹਾ ਤੇ ਸਮਾ ਗਏ? ਉੱਤਰ ਦਿੰਦੇ ਨੇ, ਤਹਿ ਪਾਵਸ ਸਿੰਧ ਧੂਪ ਨਹੀਂ ਛਹੀਆ, ਤਹਿ ਉਤਪਤ ਪਰ ਲਉ ਨਾਹੀ।
ਕਹਿੰਦੇ ਤਿਸ ਜਗ੍ਹਾ ਮੇਰੇ ਗੁਰੂ ਜਾ ਕੇ ਸਮਾਏ ਨੇ ਜਿਸ ਬ੍ਰਹਮ ਵਿੱਚ ਪਾਵਸ ਹੁੰਦੀ ਹੈ, ਕਹੀਏ 6 ਰੁੱਤਾਂ ਨੂੰ, 6 ਰੁੱਤਾਂ ਤੇ ਤਹਿ ਪਾਵਸ ਤੇ ਸਿੰਧ ਹੁੰਦਾ 7 ਸਮੁੰਦਰ, ਅਤੇ ਧੂਪ ਨਹੀਂ ਛਈਆ, ਧੁੱਪ ਜਾਂ ਛਾਂ ਵਗੈਰਾ ਕੋਈ ਨਹੀਂ ਹੁੰਦੀ ਉੱਥੇ। ਧੂਪ ਹੁੰਦਾ ਤਮੋ ਗੁਣ ਨਹੀਂ, ਛਈਆ ਹੁੰਦੀ ਸ਼ਾਂਤੀ। ਸੋ ਧੂਪ ਹੁੰਦਾ ਪ੍ਰਕਾਸ਼ ਹੀ ਹੈ ਜਿੱਥੇ, ਛਈਆ ਹੁੰਦੀ ਜੜਤਾ ਨਹੀਂ। ਅਤੇ ਜਿਸ ਬ੍ਰਹਮ ਵਿੱਚ ਉਤਪਤੀ ਤੇ ਪਰਲੋਂ ਵੀ ਨਹੀਂ ਆ, ਉਤਪਤ ਪਰਲੋਂ ਨਾਹੀ। ਜੀਵਨ ਮਿਰਤ ਨਾ ਦੁੱਖ ਸੁਖ ਵਿਆਪੈ, ਸੁਨ ਸਮਾਧ ਦਉ ਤਹਿ ਨਾਹੀ। ਕਹਿੰਦੇ ਜਿਉਣਾ ਮਰਨਾ ਦੁੱਖ ਸੁਖ ਜਿਹਦੇ ਵਿੱਚ ਨਹੀਂ ਵਿਆਪਦੇ, ਸੁਨ ਸਮਾਧ ਹੁੰਦਾ। ਨਿਰਵਿਕਲਪ ਸਮਾਧੀ ਤੇ ਸਾਵਿਕਲਪ ਸਮਾਧੀ, ਇਹ ਦੋਨੋਂ ਜਿਸ ਵਿੱਚ ਨਹੀਂ, ਮੇਰੇ ਗੁਰੂ ਤੇ ਇਸ ਬ੍ਰਹਮ ਦੇ ਵਿੱਚ ਸਮਾਏ ਹੋਏ ਨੇ। ਸਤਿਗੁਰੂ ਵਿੱਚ ਤਾਂ ਨਿਰਵਿਕਲਪ ਤੇ ਦੂਜੀ ਦੋਨੋਂ ਹੀ ਸਮਾਧੀਆਂ ਹੈ ਹੀ ਨਹੀਂ। ਦੇਖ ਲਓ ਇਹਦੀ ਸਤਿਗੁਰੂ ਦੀ ਅਵਸਥਾ ਕਿਹੜੀ ਹੈ, ਜਿਹੜੀ ਆਪਾਂ ਪੌੜੀ ਪੜ੍ਹਦੇ ਨਾ ਜਪਜੀ ਸਾਹਿਬ ਦੇ ਵਿੱਚ, ਜਤ ਪਹਾਰਾ ਧੀਰਜ ਸੁਨਿਆਰ, ਇਹ ਤੁਰਿਆਤੀਤ ਅਵਸਥਾ 8ਵੀਂ ਭੂਮਿਕਾ ਹੈ। ਇਹ ਸਿਰਫ ਗੁਰੂ ਸਾਹਿਬ ਦੀ ਬਣਦੀ ਹੈ। ਜੇ ਕਿਸੇ ਦੀ 7ਵੀਂ ਭੂਮਿਕਾ ਤੋਂ ਬਾਅਦ 8ਵੀਂ ਬਣ ਵੀ ਜਾਵੇ, ਉਹ 7 ਕੁ ਦਿਨ ਹੀ ਜਿਉਂਦਾ ਰਹਿੰਦਾ ਬੰਦਾ, ਕਿਉਂਕਿ 8ਵੀਂ ਭੂਮਿਕਾ ਇਸ ਦੇਹੀ ਦੀ ਨਹੀਂ ਹੈ, ਕਈ ਮਹਾਂਪੁਰਖਾਂ ਦੀ ਬਣੀ ਹੈ। ਸੋ ਜਿਨ੍ਹਾਂ ਵਿੱਚੋਂ ਯਾਦ ਹੈ ਮੈਨੂੰ ਸੰਤ ਬਾਬਾ ਕਿਸ਼ਨ ਸਿੰਘ ਜੀ ਰਾੜੇ ਵਾਲੇ ਮਹਾਂਪੁਰਸ਼, ਜਦ ਉਹ ਤੁਰਿਆਤੀਤ ਭੂਮਿਕਾ 'ਚ ਗਏ ਤਾਂ ਹੁਣ ਉਹ ਸਾਰੀ ਸਰੀਰ ਦੀ ਕਿਰਿਆ ਭੁੱਲ ਗਏ। ਉਹ ਬਿਸਤਰੇ ਉੱਤੇ ਕਿਰਿਆ ਹੋ ਜਾਂਦੀ ਸੀ ਉਹਨਾਂ ਤੋਂ, ਤੇ ਨਾਲਦਿਆਂ ਨੇ ਕਹਿਣਾ ਬਾਬੇ ਨੂੰ ਖਾਨੀ ਕੀ ਹੋ ਗਿਆ। ਉਹਨਾਂ ਵਿਚਾਰਿਆਂ ਨੂੰ ਕੀ ਪਤਾ ਸੀ ਇਹ ਤੁਰਿਆਤੀਤ ਅਵਸਥਾ ਚਲੇ ਗਏ ਨੇ। ਸੋ 7 ਕੁ ਦਿਨ ਹੀ ਫਿਰ ਸਰੀਰ ਰਿਹਾ ਸੀ ਉਹਨਾਂ ਦਾ। ਤੋ ਇਸ ਪ੍ਰਕਾਰ ਹੈ ਕਿ ਇਹ ਭੂਮਿਕਾ ਬਹੁਤ ਜ਼ਿਆਦਾ ਉੱਚੀ ਹੁੰਦੀ, ਜਿੱਥੇ ਹੁਣ ਆਹ ਕਥਨ ਕੀਤਾ ਕਿ ਨਿਰਵਿਕਲਪ ਸਮਾਧੀ ਜਾਂ ਸਾਵਿਕਲਪ, ਇਹ ਤਾਂ ਬੰਦਾ ਜਾਂਦਾ ਥੱਲੇ ਉੱਪਰ ਨੂੰ। ਜਿਹੜਾ ਪਰਮੇਸ਼ਰ ਹੈ ਹੀ ਵਿਕਲਪ ਤੋਂ ਰਹਿਤ, ਜਿੱਥੇ ਕੁਝ ਵੀ ਨਹੀਂ ਹੈ, ਸੁੰਨ ਅਫੁਰ ਅਵਸਥਾ ਹੈ, ਉੱਥੇ ਇਹਦਾ ਕਥਨ ਪਰਮੇਸ਼ਰ ਦੇ ਵਿੱਚ ਨਹੀਂ ਕਥਨ ਕਰਨਾ। ਇਹ ਬ੍ਰਹਮ ਗਿਆਨੀ 'ਚ ਹੋ ਜਾਂਦਾ, ਪਰ ਪਰਮੇਸ਼ਰ 'ਚ ਨਹੀਂ। ਆਮ ਜੀਵ ਇੱਥੋਂ ਥੱਲੇ ਉੱਪਰ ਤੱਕ ਜਾਂਦਾ, ਪਰ ਜਿਹੜਾ ਹੈ ਹੀ ਪਹਿਲਾਂ ਉੱਪਰ ਤੋਂ ਉੱਪਰ, ਉੱਥੇ ਕੀ ਕਥਨ ਕਰਨਾ। ਸਹਿਜ ਕੀ ਅਕਥ ਕਥਾ ਹੈ ਨਿਰਾਰੀ, ਗਿਆਨ ਸਰੂਪ ਪਰਮਾਤਮਾ ਦੀ ਕਥਾ ਅਕਥ ਹੈ ਭਾਈ, ਅਤੇ ਸਭ ਤੋਂ ਨਿਰਾਲੀ ਹੈ। ਤੋਲ ਨਹੀਂ ਚੜ੍ਹੈ ਜਾਏ ਨਾ ਮੁਕਾਤੀ, ਹਲਕੀ ਲੱਗੈ ਨਾ ਭਾਰੀ ਰਹਾਉ। ਕਹਿੰਦੇ ਤੱਕੜੀ ਉੱਤੇ ਚੜ੍ਹ ਕੇ ਤੁਲਦੀ ਨਹੀਂ ਅਤੇ ਮੁੱਕ ਵੀ ਨਹੀਂ ਜਾਂਦੀ, ਨਾ ਹੀ ਹਲਕੀ ਲੱਗਦੀ ਹੈ ਨਾ ਹੀ ਭਾਰੀ ਲੱਗਦੀ, ਕਿਉਂਕਿ ਉਸ ਵਿੱਚ ਧੁੰਦਵਾਦ ਨਹੀਂ। ਆਪਣਾ ਆਪ ਰੂਪ ਹੋਣ ਕਰਕੇ ਹਲਕੀ ਭਾਰੀ ਨਹੀਂ ਲੱਗਦੀ। ਜੇ ਆਪਣੇ ਆਪ ਤੋਂ ਭਿੰਨ ਹੋਵੇ ਤਾਂ ਹਲਕੀ ਭਾਰੀ ਲੱਗੇ, ਵੱਖਰੀ ਹੋਵੇ ਤਾਂ ਲੱਗੇ ਨਾ। ਬੁੱਧੀ ਰੂਪੀ ਤੱਕੜੀ ਵਿੱਚ ਚੜ੍ਹ ਕੇ ਵਿਚਾਰ ਰੂਪੀ ਬੱਟੇ ਦੁਆਰਾ ਤੁਲਦੀ ਨਹੀਂ, ਮੁੱਕ ਵੀ ਨਹੀਂ ਜਾਂਦੀ, ਹਲਕੀ ਨਹੀਂ ਭਾਰੀ ਲੱਗਦੀ ਹੈ, ਕਿਉਂਕਿ ਹਰ ਇੱਕ ਮਨੁੱਖ ਇਸ ਨੂੰ ਧਾਰਨ ਨਹੀਂ ਕਰ ਸਕਦਾ। ਹਲਕੀ ਹੈ, ਭਾਰੀ ਨਹੀਂ ਲੱਗਦੀ, ਕਿਉਂਕਿ ਅੰਤःਕਰਨ ਰੂਪ ਪ੍ਰਛਿੰਨ ਜਗ੍ਹਾ ਦੇ ਵਿੱਚ ਇਹ ਸਥਿਤ ਹੈ। ਅਰਧ ਉਰਧ ਦੋ ਤਹਿ ਨਾਹੀ, ਰਾਤ ਦਿਨ ਸਤਹਿ ਨਾਹੀ। ਜਿਸ ਬ੍ਰਹਮ ਵਿੱਚ ਅਰਧ ਉਰਧ ਹੁੰਦਾ, ਜੀਵ ਈਸ਼ਵਰ ਪਤਾਲ ਆਕਾਸ਼ ਲੋਕ ਪਰਲੋਕ, ਇਹਨਾਂ ਦੋਹਾਂ ਦੀ ਕਲਪਨਾ ਹੀ ਨਹੀਂ ਹੈ। ਉਸ ਬ੍ਰਹਮ ਵਿੱਚ ਮੇਰੇ ਗੁਰੂ ਸਮਾਏ ਨੇ, ਅਤੇ ਰਾਤ ਦਿਨ ਦੀ ਕਲਪਨਾ ਵੀ ਜਿਸ ਬ੍ਰਹਮ ਵਿੱਚ ਨਹੀਂ ਹੈ, ਉਸ ਵਿੱਚ ਮੇਰੇ ਗੁਰੂ ਸਮਾਏ ਨੇ। ਜਲ ਨਹੀਂ ਪਵਨ ਪਾਵਕ ਫੁਨ ਨਾਹੀ, ਸਤਿਗੁਰ ਤਹਾਂ ਸਮਾਹੀ। ਜਿਸ ਬ੍ਰਹਮ ਵਿੱਚ ਜਲ ਤੇ ਪਾਉਣ ਦੀ ਕਲਪਨਾ ਨਹੀਂ, ਪਾਵਕ ਹੁੰਦਾ ਅਗਨੀ ਤਪ ਦੀ ਵੀ ਕਲਪਨਾ ਨਹੀਂ, ਜਲ ਪਵਨ ਪਾਵਕ ਹੁੰਦਾ ਸਤੋ ਰਜੋ ਤਮੋ, ਇਹਨਾਂ ਤਿੰਨਾਂ ਗੁਣਾਂ ਦੀ ਕਲਪਨਾ ਜਿਸ ਵਿੱਚ ਨਹੀਂ ਹੈ, ਤੇ ਇਸ ਬ੍ਰਹਮ ਦੇ ਵਿੱਚ ਮੇਰੇ ਸਤਿਗੁਰੂ ਰਾਮਾਨੰਦ ਜੀ ਸਮਾਏ ਨੇ। ਅਗਮ ਗੋਚਰ ਰਹਿ ਨਿਰੰਤਰ, ਗੁਰ ਕਿਰਪਾ ਤੇ ਲਹੀਐ। ਜੋ ਮਨ ਦੀ ਪਹੁੰਚ ਤੋਂ ਅਗਮ ਤੇ ਗੋਚਰ, ਕਈ ਇੰਦਰੀਆਂ ਦੇ ਵਿਸ਼ੇ ਤੋਂ ਰਹਿਤ ਹੈ, ਨਿਰੰਤਰ ਹੁੰਦਾ, ਇੱਕ ਰਸ ਸਾਰੇ ਰਹਿੰਦਾ, ਉਹ ਪਰਮੇਸ਼ਰ ਗੁਰਾਂ ਦੀ ਕਿਰਪਾ ਨਾਲ ਜਾਣਿਆ ਜਾਂਦਾ ਹੈ। ਕਹੋ ਕਬੀਰ ਬਲ ਜਾਓ ਗੁਰ ਆਪਣੇ, ਸਤ ਸੰਗਤ ਮਿਲ ਰਹੀ ਹੈ। ਕਬੀਰ ਜੀ ਕਹਿੰਦੇ ਤਾਂ ਤੇ ਆਪਣੇ ਗੁਰਾਂ ਤੋਂ ਬਲਿਹਾਰ ਜਾਣਾ ਕਰੋ ਭਾਈ, ਅਤੇ ਸਤ ਸੰਗਤ ਵਿੱਚ ਮਿਲ ਕੇ ਰਹਿਣਾ ਕਰੋ, ਕਿਉਂਕਿ ਗੁਰੂ ਦੀ ਜਿਹੜੀ ਕਥਨ ਕੀਤੀ ਅਵਸਥਾ ਬਹੁਤ ਉੱਚੀ ਅਵਸਥਾ। ਨਹਿ ਸਿਵ ਸ਼ਕਤੀ ਜਲ ਨਹੀਂ ਪਵਨਾ, ਤਹਿ ਆਕਾਰ ਨਹੀਂ ਮੇਦਨੀ, ਸਤਿਗੁਰ ਜੋਗ ਕਾ ਤਹਾਂ ਨਿਵਾਸਾ, ਜੈ ਅਵਗਤ ਨਾਥ ਅਗਮ ਧਨੀ। ਸੋ ਇਸ ਪ੍ਰਕਾਰ ਸਾਧ ਸੰਗਤ ਜੀ ਜਿਹੜਾ ਇੱਕ ਪ੍ਰਕਰਨ ਹੈ, ਦੂਜਾ ਪ੍ਰਕਰਨ ਇਸ ਤਰ੍ਹਾਂ ਵੀ ਕਥਨ ਕਰਦੇ ਨੇ ਕਿ ਪਰਮੇਸ਼ਰ ਦੀ ਪ੍ਰਾਪਤੀ ਦੇ ਦੋ ਪੱਖ ਨੇ, ਇੱਕ ਵਿਧੀ ਪੱਖ ਹੁੰਦਾ, ਦੂਜਾ ਨਿਖੇਧ ਪੱਖ। ਜਿਵੇਂ ਇੱਕ ਪੁਰਸ਼ ਤੁਰਦਾ ਫਿਰਦਾ ਉੱਥੇ ਜਾ ਪਹੁੰਚਿਆ ਜਿੱਥੇ ਚਰਾਵਾ ਗਊਆਂ ਚਰਾ ਰਿਹਾ ਸੀ, ਉੱਥੇ ਜਾ ਕੇ ਬੜੀ ਕੋਸ਼ਿਸ਼ ਕੀਤੀ, ਪਰ ਉਹਨੂੰ ਆਪਣੀ ਗਊ ਦਾ ਪਤਾ ਨਾ ਲੱਗੇ। ਜਦ ਉਹਨੇ ਗਵਾਲੇ ਤੋਂ ਪੁੱਛਿਆ ਕਿ ਮੇਰੀ ਗਊ ਕਿਹੜੀ ਹੈ, ਤਾਂ ਝੱਟ ਉਹਨੇ ਸਿੰਗਾਂ ਤੋਂ ਫੜ ਕੇ ਦੱਸਤਾ ਤੇਰੀ ਗਊ ਇਹ ਹੈ। ਇਸੇ ਤਰ੍ਹਾਂ ਜਦ ਜਗਿਆਸੂ ਨੇ ਗੁਰਾਂ ਤੋਂ ਪੁੱਛਿਆ ਕਿ ਬ੍ਰਹਮ ਕੌਣ ਹੈ, ਤਾਂ ਗੁਰਾਂ ਨੇ ਵਿਧੀ ਪੱਖ ਸੇ ਉਪਦੇਸ਼ ਦਿੱਤਾ ਕਿ ਜੋ ਸਤ ਚੇਤਨ ਆਨੰਦ ਸਰੂਪ ਉਹੀ ਬ੍ਰਹਮ ਹੈ।
ਇਹ ਵਿਧੀ ਪੱਖ ਦਾ ਉਪਦੇਸ਼ ਹੈ, ਤੇ ਜੋ ਬਚਨ ਸਭ ਦਾ ਨਿਖੇਧ ਕਰਕੇ ਬਾਕੀ ਰਹੀ ਵਸਤੂ ਦਾ ਬੋਧਨ ਕਰੇ ਉਹ ਨਿਖੇਧ ਪੱਖ ਹੁੰਦਾ। ਜਿਵੇਂ ਅਨੇਕਾਂ ਸੂਰਮੇ ਰਾਜੇ ਸਰੀਖੇ ਪਹਿਰਾਵੇ ਨੂੰ ਧਾਰ ਕੇ ਜਾ ਰਹੇ ਸਨ ਤਾਂ ਰਸਤੇ ਵਿੱਚ ਕਿਸੇ ਪੁਰਸ਼ ਨੇ ਪੁੱਛਿਆ, ਇਹਨਾਂ ਵਿੱਚ ਸਭ ਤੋਂ ਪੁਰਸ਼ਾਂ ਵਿੱਚੋਂ ਰਾਜਾ ਕੌਣ ਹੈ? ਉਹਦਾ ਬਚਨ ਸੁਣ ਕੇ ਦੱਸਣ ਵਾਲੇ ਨੇ ਕਿਹਾ ਕਿ ਜਿਹਦੇ ਹੱਥ ਵਿੱਚ ਸੋਨੇ ਚਾਂਦੀ ਦੀਆਂ ਸੋਟੀਆਂ ਨੇ ਉਹ ਵੀ ਰਾਜਾ ਨਹੀਂ। ਜਿਹਦੇ ਹੱਥ ਵਿੱਚ ਚੌਰ ਛਤਰ ਆਦਿਕ ਫੜਿਆ ਹੋਇਆ ਉਹ ਵੀ ਰਾਜਾ ਨਹੀਂ। ਜੋ ਇਹਨਾਂ ਸਭਨਾਂ ਤੋਂ ਬਾਕੀ ਰਿਹਾ ਉਹ ਰਾਜਾ। ਐਸੇ ਹੀ ਜਦੋਂ ਜਿਗਿਆਸੂ ਨੇ ਪੁੱਛਿਆ ਬ੍ਰਹਮ ਕੌਣ ਹੈ ਤਾਂ ਗੁਰਾਂ ਨੇ ਕਿਹਾ, ਜਿਸ ਵਿੱਚ ਰੂਪ ਰੇਖ ਹੈ ਉਹ ਵੀ ਪਰਮੇਸ਼ਰ ਨਹੀਂ, ਜਿਸ ਵਿੱਚ ਰੰਗ ਭੇਖ ਆ ਉਹ ਵੀ ਪ੍ਰਮਾਤਮਾ ਨਹੀਂ, ਜਿਸ ਵਿੱਚ ਚਾਰ ਵਰਨ ਚਾਰ ਆਸ਼ਰਮ ਤੇ ਗੁਣ ਕਿਰਿਆ ਵਗੈਰਾ ਉਹ ਵੀ ਪਰਮੇਸ਼ਰ ਨਹੀਂ। ਇਸੇ ਤਰ੍ਹਾਂ ਨਿਖੇਧ ਪੱਖ ਸੇ ਕਬੀਰ ਜੀ ਉਪਦੇਸ਼ ਕਰਦੇ ਨੇ। ਤਹਿ ਪਾਵਸ ਸਿੰਧ ਧੂਪ ਨਹੀਂ ਛਹੀਆ, ਤਹਿ ਉਤਪਤ ਪਰ ਲਉ ਨਾਹੀ। ਜਿਸ ਵਿੱਚ ਪਾਵਸ ਆਦਿ 6 ਰੁੱਤਾਂ ਹਨ ਉਹ ਵੀ ਬ੍ਰਹਮ ਨਹੀਂ, ਜਿਸ ਵਿੱਚ 7 ਸਮੁੰਦਰ ਨੇ ਉਹ ਵੀ ਬ੍ਰਹਮ ਨਹੀਂ, ਜਿਸ ਵਿੱਚ ਧੁੱਪ ਛਾਂ ਵੀ ਬ੍ਰਹਮ ਨਹੀਂ, ਜਿਸ ਵਿੱਚ ਉਤਪਤੀ ਪਰ ਲਉ ਉਹ ਵੀ ਬ੍ਰਹਮ ਨਹੀਂ। ਇਸ ਢੰਗ ਨਾਲ ਸਾਰਾ ਅਰਥ ਸਾਰੀਆਂ ਚੀਜ਼ਾਂ ਢਕਾ ਲੈਣੀਆਂ, ਨਿਖੇਧ ਕਰਨਾ ਭਾਵ ਉਹ ਵੀ ਬ੍ਰਹਮ ਨਹੀਂ। ਦੂਜੀ ਰੀਤੀ ਵਿੱਚ ਇਹ ਹੈ ਵੀ ਤਿਸ ਬ੍ਰਹਮ ਵਿੱਚ ਪਾਵ ਸਾਧਕ ਖੱਟ ਰੁੱਤਾਂ 7 ਸਮੁੰਦਰ ਤੇ ਧੁੱਪ ਛਾਂ ਵਗੈਰਾ ਕੋਈ ਨਹੀਂ, ਉਸ ਬ੍ਰਹਮ ਵਿੱਚ ਉਤਪਤੀ ਪਰਲੋਂ ਵੀ ਨਹੀਂ। ਜੀਵਨ ਮਿਰਤ ਨਾ ਦੁੱਖ ਸੁਖ ਵਿਆਪੈ, ਸੁਨ ਸਮਾਧ ਦੋ ਤਹਿ ਨਾਹੀ। ਜੰਮਣਾ ਮਰਨਾ ਦੁੱਖ ਸੁਖ ਕੋਈ ਵੀ ਨਹੀਂ ਵਿਆਪਦਾ। ਨਿਰਵਿਕਲਪ ਤੇ ਸਾਵਿਕਲਪ ਸਮਾਧੀ ਦੋਨੋਂ ਤਿਸ ਬ੍ਰਹਮ ਵਿੱਚ ਨਹੀਂ। ਹੋਰ ਸਭ ਤੁਕਾਂ ਇਸ ਪ੍ਰਕਾਰ ਹੀ ਆਪਾਂ ਲਾ ਕੇ ਦੇਖੀਆਂ ਨੇ। ਸਤਿਗੁਰ ਤਹਾਂ ਸਮਾਹੀ, ਸਤਿਗੁਰੂ ਦੇ ਤੇ ਚੇਲਾ ਭਾਵ ਇਹ ਵੀ ਤਿਸ ਬ੍ਰਹਮ ਵਿੱਚ ਸਮਾਹੀ ਭਾਵ ਹਨ। ਸਤਿਗੁਰੂ ਤੇ ਚੇਲਾ ਭਾਵ ਜਿਹੜਾ ਹੁੰਦਾ ਤੇ ਇਹ ਵੀ ਉਸ ਬ੍ਰਹਮ ਦੇ ਵਿੱਚ ਸਮਾਹੀ ਭਾਵਨ। ਸਤਿਗੁਰ ਤਹਾਂ ਸਮਾਹੀ, ਉੱਥੇ ਸਤਿਗੁਰ ਸਮਾ ਕੇ ਜਾ ਕੇ ਅਗਮ ਗੋਚਰ ਰਹਿ ਨਿਰੰਤਰ ਗੁਰ ਕਿਰਪਾ ਤੇ ਲਈਐ। ਕਹੋ ਕਬੀਰ ਬਲ ਜਾਉ ਗੁਰ ਆਪਣੇ, ਸਤ ਸੰਗਤ ਮਿਲ ਰਹੀ ਹੈ। ਜੋ ਮਨ ਦੀ ਪਹੁੰਚ ਤੋਂ ਪਰੇ ਆ, ਗੋਚਰ ਇੰਦਰੀਆਂ ਦੇ ਵਿਸ਼ੇ ਤੋਂ ਰਹਿਤ ਹੈ, ਇੱਕ ਰਸ ਸਾਰੇ ਨਾ ਉਹ ਪਰਮੇਸ਼ਰ ਗੁਰਾਂ ਦੀ ਕਿਰਪਾ ਨਾਲ ਜਾਣਿਆ ਜਾਂਦਾ ਹੈ। ਕਬੀਰ ਜੀ ਕਹਿੰਦੇ ਤਾਂ ਤੇ ਆਪਣੇ ਗੁਰਾਂ ਤੋਂ ਬਲਿਹਾਰ ਕੁਰਬਾਨ ਜਾਣਾ ਕਰੋ ਅਤੇ ਸਤਸੰਗਤ ਵਿੱਚ ਮਿਲ ਕੇ ਰਹਿਣਾ ਕਰੋ। ਵਾਹਿਗੁਰੂ 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 ਵਾਹਿਗੁਰੂ